ਆਪਣੀ ਅਸਲੀ ਲੜਾਈ ਜਿਹੜੀ ਆ ਫਲੱਡਸ ਦੇ ਨਾਲ ਨਹੀਂ ਹੈਗੀ। ਆਪਣੀ ਅਸਲੀ ਲੜਾਈ ਫੇਕ ਨੈਰੇਟਿਵ ਦੇ ਨਾਲ ਹੈ ਕਿ ਫੇਕ ਨੈਰੇਟਿਵ ਬੜੀ ਆਮ ਗੱਲ ਹੈ ਸਰਕਾਰਾਂ ਵਾਸਤੇ। ਇਹ ਨੈਰੇਟਿਵ ਘੜਿਆ ਗਿਆ ਕਿ ਇਹ ਇੱਕ ਨੈਚੁਰਲ ਡਿਜ਼ਾਸਟਰ ਹੈ 23 ਚ ਵੀ ਤੇ 25 ਚ ਵੀ। ਉਹਦੇ ਨਾਲ ਕੀ ਹੈ ਕਿ ਜ਼ਿੰਮੇਵਾਰੀ ਤੋਂ ਸਰਕਾਰ ਜਿਹੜੀ ਆ ਫਾਰਗ ਹੋ ਗਈ। ਉਹਦੀ ਕੋਈ ਇਨਕੁਆਇਰੀ ਅੱਜ ਤੱਕ ਨਹੀਂ ਕੀਤੀ ਗਈ। 2023 ਵਾਲੇ 16 ਅਗਸਤ ਵਾਲੇ ਹੜ੍ਹ ਦੀ ਕੀਤਾ ਕੀ ਗਿਆ ਕਿ BBMP ਦੀ ਵੈਬਸਾਈਟ ਤੋਂ ਡਾਟਾ ਚੱਕ ਦਿੱਤਾ ਗਿਆ ਜੀ। ਔਰ ਇਹ ਆਪਸ਼ਨ ਕੋਈ ਨਹੀਂ ਕਹਿ ਕੇ ਇਹ ਸਾਰ ਜਾਂਦੇ ਹੈ ਕਿ ਭਾਈ ਇਹ ਨੈਚੁਰਲ ਡਿਜ਼ਾਸਟਰ ਹੈ। 10 ਦਿਨ ਉਸ ਵੇਲੇ ਤਾਂ ਤੁਹਾਡੇ ਕੋਲ ਵਾਕਈ ਕੋਈ ਆਪਸ਼ਨ ਨਹੀਂ ਹੈ, ਪਰ ਜਦੋਂ 10 ਦਿਨ ਪਹਿਲੇ ਤੁਹਾਡੇ ਕੋਲ ਆਪਸ਼ਨ ਸੀਗੀ ਉਦੋਂ ਤੁਸੀਂ ਨਾ ਤਾਂ ਐਕਨੋਲੇਜ ਕਰਦੇ ਹੋ ਇਹੋ ਜਿਹੀਆਂ ਗੱਲਾਂ ਵੀ ਇਦਾਂ ਦਾ ਕੁਝ ਹੋ ਸਕਦਾ ਹੈ। ਉਹਦੀ ਗੱਲ ਹੀ ਨਹੀਂ ਕਰਦੇ, ਚੁੱਪ ਹੀ ਬਸ ਸਾਰ ਦਿੰਦੇ ਹੋ, ਚੁੱਪ ਰਹਿ ਕੇ ਸਾਰ ਦਿੰਦੇ ਹੋ। ਉਹ ਚੁੱਪ ਜਿਹੜੀ ਹੈ ਉਹ ਦੱਸਦੀ ਹੈ ਕਿ ਇਹ ਮੈਨ ਮੇਡ ਡਿਜ਼ਾਸਟਰ। ਔਰ ਮੈਨ ਕਿਹੜਾ ਹੈ? ਮੈਨ ਉਹੀ ਹੈ ਜਿਹਦੇ ਕੋਲ ਪਾਵਰ ਹੈ ਡਿਸਾਈਡ ਕਰਨ ਦੀ ਕਿ ਕਦੋਂ ਪਾਣੀ ਛੱਡਣਾ ਹੈ ਕਦੋਂ ਨਹੀਂ। ਸਾਰੇ ਮੈਨ ਨਹੀਂ, ਇਹ ਮੈਨ ਸਪੈਸੀਫਿਕ ਮੈਨ ਨੇ, 2-3 ਹੀ ਨੇ। 5-6 ਸਟੇਟਾਂ ਉੱਥੇ ਬਹਿ ਕੇ ਡਿਸਾਈਡ ਕਰਦੀਆਂ ਜਾਂ ਯੂਨੀਅਨ ਗਵਰਨਮੈਂਟ ਡਿਸੀਜਨ ਲੈਂਦੀ ਹੈ। ਕਾਹਦਾ ਡਿਸੀਜਨ ਲੈ ਰਹੇ ਹੈ ਕਿ ਬਿਜਲੀ ਕਿੱਥੇ ਕਿੰਨੀ ਜਾਊਗੀ, ਸਿੰਚਾਈ ਵਾਸਤੇ ਪਾਣੀ ਕਿੱਥੇ ਕਿੰਨਾ ਜਾਊਗਾ, ਡੋਬਾ ਕਿਹਨੂੰ ਆਣਾ, ਇਹਦਾ ਕੋਈ ਡਿਸੀਜਨ ਨਹੀਂ ਲਿੱਤਾ ਜਾਂਦਾ ਨਾ। ਡੋਬਾ ਤਾਂ ਪੰਜਾਬ ਨੂੰ ਹੀ ਆਣਾ। ਜਿੱਦਣੇ ਹੜ੍ਹ ਆਏ ਹੋਏ ਸੀਗੇ, ਇੱਕ ਪਠਾਨ ਮਾਜਰਾ ਇੱਕ ਇਸ਼ੂ ਚੱਲ ਪਿਆ ਸੀ ਪੰਜਾਬ ਦੇ ਵਿੱਚ। ਉਹ ਕਿੱਧਰ ਗਿਆ ਹੁਣ ਇਸ਼ੂ? ਉਹ ਉਦੋਂ ਹੀ ਕਿਉਂ ਆਇਆ? ਕਿਉਂਕਿ ਇਹ ਜ਼ਿੰਮੇਵਾਰੀਆਂ ਜਿਨ੍ਹਾਂ ਦੀਆਂ ਇੰਨੇ ਵੱਡੇ ਇਸ਼ੂਜ਼ ਦੀਆਂ ਹੈਗੀਆਂ, ਉਹ ਨਹੀਂ ਚਾਹੁੰਦੇ ਕਿ ਲੋਕ ਇਦਾਂ ਦੇ ਸਵਾਲ ਪੁੱਛਣ, ਕਿਉਂਕਿ ਜਵਾਬ ਹੈ ਨਹੀਂ। ਪਹਿਲਾਂ ਤਾਂ ਮੈਂ ਇਸ ਗੱਲ ਦੀ ਇੱਕ ਖੁਸ਼ੀ ਜ਼ਾਹਿਰ ਕਰਦਿਆਂ ਕਿ ਮੈਂ ਇੱਥੇ ਆ ਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਟੂਡੈਂਟਸ ਇਦਾਂ ਦੇ ਟੌਪਿਕਸ ਦੇ ਉੱਤੇ ਗੱਲ ਕਰਨ ਲੱਗੇ ਹੈ। ਜੇ ਪਹਿਲਾਂ ਵੀ ਕਰਦੇ ਸੀ ਤਾਂ ਮੈਨੂੰ ਨਹੀਂ ਸੀ ਪਤਾ, ਸੋ ਮੇਰੀ ਇੱਕ ਨਲਾਇਕੀ ਹੋ ਸਕਦੀ ਹੈ, ਪਰ ਮੈਨੂੰ ਐਂ ਲੱਗਿਆ ਕਿ ਇਹ ਬੜੇ ਇੰਪੋਰਟੈਂਟ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲ ਜਿਹੜੀ ਹੈ ਜਿੱਥੇ ਹੋਣੀ ਚਾਹੀਦੀ ਹੈ ਉੱਥੇ ਹੋ ਨਹੀਂ ਰਹੀ। ਤਾਂ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਇੱਕ ਤਰ੍ਹਾਂ ਦਾ ਜਿੱਥੇ ਸੈਮੀਨਲ ਡਿਸਕਸ਼ਨਸ ਹੋਣੀਆਂ ਚਾਹੀਦੀਆਂ ਇਦਾਂ ਦੀਆਂ ਕਿ ਹੋ ਕੀ ਰਿਹਾ, ਆਖਰ ਸਾਡੀ ਸਟੇਟ ਜਾ ਕਿੱਧਰ ਨੂੰ ਰਹੀ ਹੈ, ਸਾਡਾ ਸੂਬਾ ਕਿੱਧਰ ਨੂੰ ਜਾ ਰਿਹਾ ਹੈ, ਸਾਡੀ ਸਟੇਟ ਆਫ ਅਫੇਅਰਸ ਕਿੱਧਰ ਨੂੰ ਜਾ ਰਹੀ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਕਰਨੀਆਂ ਬਣਦੀਆਂ ਸੀ। ਸੋ ਪਹਿਲਾਂ ਤਾਂ ਮੈਂ ਸੱਥ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਇਹ ਆਈਡੀਆ ਨੂੰ, ਇਹ ਬੜੇ ਇੰਪੋਰਟੈਂਟ ਇੱਕ ਇਸ ਵੇਲੇ ਦੇ ਟਾਈਮ ਦੇ ਹਿਸਾਬ ਨਾਲ ਵੀ ਬੜੇ ਇੰਪੋਰਟੈਂਟ ਆਈਡੀਆ ਨੂੰ ਚੁੱਕਿਆ, ਉਹਦੇ ਤੇ ਇਹ ਸੈਮੀਨਾਰ ਆਰਗੇਨਾਈਜ਼ ਕੀਤਾ। ਸੋ ਬਹੁਤ ਧੰਨਵਾਦ ਹੈ ਪਹਿਲਾਂ ਮੇਰੇ ਵੱਲੋਂ ਕਿ ਤੁਸੀਂ ਇਸ ਉਪਰਾਲੇ ਨੂੰ ਜਿਹੜਾ ਹੈ ਉਹ ਵਿੱਢਿਆ। ਹੁਣ ਆਪਾਂ ਜਿਹੜੀ ਗੱਲ ਕਰਨੀ ਹੈ ਅੱਜ, ਮੈਨੂੰ ਪਹਿਲੇ ਤਾਂ ਇਹ ਦੱਸੋ ਮੇਰੇ ਕੋਲ ਟਾਈਮ ਕਿੰਨਾ ਕੁ ਹੈ, ਮਤਲਬ ਆਪਾਂ ਉਹਦੇ ਹਿਸਾਬ ਨਾਲ, ਤਾਂ ਕਿ ਅੱਧਾ ਘੰਟਾ ਲੈ ਸਕਦਾ, ਕਿੰਨਾ, ਅੱਧਾ ਕੁ ਘੰਟਾ? ਠੀਕ ਹੈ, ਠੀਕ ਹੈ, ਚਲੋ ਇਹ ਵੀ ਬੜੀ ਜ਼ਰੂਰੀ ਗੱਲ ਹੈ, ਕਿਉਂਕਿ ਕਈ ਵਾਰੀ ਆਪਾਂ ਨਾ ਭੱਜੋ 'ਚ ਹੁੰਦੇ ਹਾਂ ਤੇ ਬੜੀਆਂ ਅਹਿਮ ਗੱਲਾਂ ਜਿਹੜੀਆਂ ਉਹ ਗੱਲਬਾਤ 'ਚੋਂ ਨਿਕਲਦੀਆਂ। ਆਪਾਂ ਗੱਲਬਾਤ ਕਰਾਂਗੇ ਜਦੋਂ, ਮੈਂ ਇਹਨੂੰ ਮੋਨੋਲੋਗ ਬਿਲਕੁਲ ਨਹੀਂ ਬਣਾਉਣਾ ਚਾਹੁੰਦਾ। ਆਪਾਂ ਕੋਈ ਮਤਲਬ ਜਿਵੇਂ ਉਹ ਕਥਾਵਾਚਕ ਕਥਾ ਕਰੀ ਜਾ ਰਿਹਾ ਹੁੰਦਾ ਉੱਦਾਂ ਦੇ ਫਾਰਮੈਟ 'ਚ ਨਹੀਂ ਚੱਲਣਾ ਚਾਹੁੰਦਾ ਮੈਂ ਬਿਲਕੁਲ, ਕਿਉਂਕਿ ਗੱਲ ਜਿਹੜੀ ਹੈ ਬੜੀ ਸਾਡੀ ਹੋਂਦ ਨਾਲ ਜੁੜੀ ਹੋਈ ਹੈ, ਸਾਡੀ ਐਗਜ਼ਿਸਟੈਂਸ ਨਾਲ ਜੁੜੀ ਹੋਈ ਹੈ, ਤੇ ਇਹਨੂੰ ਸਮਝਣਾ ਬੜਾ ਜ਼ਰੂਰੀ ਹੈ। ਕਿਉਂਕਿ ਇਹਦੇ 'ਚ ਕੋਈ ਰੱਟਾ ਲਾ ਕੇ ਐਗਜ਼ਾਮ ਪਾਸ ਕਰਨ ਵਾਲੀ ਤਾਂ ਗੱਲ ਹੈ ਹੀ ਨਹੀਂ ਵੀ ਆਪਾਂ ਪੜ੍ਹ ਲਿਆ ਤੇ ਇਹਦੇ ਜਿੰਨੇ ਨੰਬਰ ਲੈਣੇ ਆ, ਕੋਈ ਨੰਬਰ ਨਹੀਂ ਮਿਲਣੇ ਇਹਦੇ 'ਚ। ਇਹ ਤਾਂ ਸਾਡੀ ਜ਼ਿੰਦਗੀ ਦਾ ਸਵਾਲ ਹੈ, ਔਰ ਕੀ ਅਸੀਂ ਜਿੱਦਾਂ ਜੀ ਸਕਦੇ ਸੀ ਜਾਂ ਜਿੱਦਾਂ ਜੀ ਰਹੇ ਸੀ ਉੱਦਾਂ ਅੱਗੋਂ ਜੀ ਸਕਾਂਗੇ, ਇੱਦਾਂ ਦੀਆਂ ਵੱਡੀਆਂ ਗੱਲਾਂ ਜਿਹੜੀਆਂ ਨਾ ਇਹਦੇ ਵਿੱਚ ਆ ਕੇ ਜੁੜ ਜਾਂਦੀਆਂ। ਤੇ ਇਸ ਕਰਕੇ ਬੇਨਤੀ ਹੈ ਕਿ ਆਪਾਂ ਜਦੋਂ ਵੀ ਕੋਈ ਸਵਾਲ ਹੋਵੇ ਉਦੋਂ ਕੋਈ ਹੱਥ ਖੜਾ ਕਰ ਦਿਓ। ਕਈ ਵਾਰੀ ਬੋਲਣ ਦੀ ਲੈ ਨਾ ਟੁੱਟੇ, ਉਹਦੇ ਵਾਸਤੇ ਮੈਂ ਆਪ ਹੀ ਉਦੋਂ ਮਤਲਬ ਰੋਕ ਲਾਂਗਾ ਵੀ ਸਵਾਲ ਮਤਲਬ ਜਦੋਂ ਪੁੱਛਿਆ ਜਾਵੇ, ਪਰ ਜ਼ਰੂਰੀ ਨਹੀਂ ਕਿ ਸਾਰੇ ਸਵਾਲ ਆਪਾਂ ਅਖੀਰ ਤੇ ਹੀ ਲੈਣੇ ਆ। ਠੀਕ ਹੈ ਜੀ, ਮੇਰੇ ਵੱਲੋਂ ਤਾਂ ਪੂਰੀ ਖੁੱਲ੍ਹ ਹੈ ਕਿ ਕੋਈ ਜਿਹਨੂੰ ਜਦੋਂ ਲੱਗੇ ਉਦੋਂ ਮੈਨੂੰ ਰੋਕ ਸਕਦਾ ਹੈ, ਸਵਾਲ ਕਰ ਸਕਦਾ ਹੈ, ਕਿਉਂਕਿ ਅਲਟੀਮੇਟਲੀ ਪਰਪਸ ਇਹ ਹੈ ਕਿ ਗੱਲ ਜਿਹੜੀ ਹੈ ਕਮਿਊਨੀਕੇਟ ਹੋਵੇ, ਤੇ ਕਮਿਊਨੀਕੇਸ਼ਨ ਉਦੋਂ ਹੀ ਹੋਣੀ ਹੈ ਜਦੋਂ ਗੱਲ ਨੇ ਦੋਨਾਂ ਪਾਸੇ ਜਿਹੜਾ ਟੂ ਐਂਡ ਫਰੋ ਚੱਲਣਾ ਹੈ। ਸੋ ਇਹ ਕਹਿੰਦਾ ਹੋਇਆ ਮੈਂ ਆਪਣੀ ਜੀ ਚਲੋ ਗੱਲਬਾਤ ਜਿਹੜੀ ਹੈ ਸ਼ੁਰੂ ਕਰਦਾ। ਆਪਣਾ ਅੱਜ ਦਾ ਥੀਮ ਜਿਹੜਾ ਹੈ ਉਹ ਹੈਗਾ ਪੰਜਾਬ ਹਿਮਾਚਲ ਫਲੱਡਸ ਇਹ ਮੈਨ ਮੇਡ ਡਿਜ਼ਾਸਟਰ। ਇਹਦੇ ਵਿੱਚ ਇੱਕ ਤਾਂ ਗੱਲ ਚਲੋ ਪੰਜਾਬ ਤੇ ਹਿਮਾਚਲ ਦੀ ਹੋ ਗਈ ਕਿ ਇਹ ਦੋ ਸਟੇਟਾਂ ਪ੍ਰਭਾਵਿਤ ਸੀਗੀਆਂ, ਤਾਂ ਕਰਕੇ ਚਲੋ ਆਪਾਂ ਉਹਦੇ ਬਾਰੇ ਗੱਲ ਕਰ ਰਹੇ ਹਾਂ। ਪਰ ਜਿਹੜਾ ਇਹਦੇ 'ਚ ਵਰਡ ਮੈਨ ਮੇਡ ਯੂਜ਼ ਕੀਤਾ ਹੈ ਉਹ ਅੱਜ ਦੀ ਗੱਲਬਾਤ ਦਾ ਸਭ ਤੋਂ ਪ੍ਰਮੁੱਖ ਨੁਕਤਾ ਹੈ। ਆਪਾਂ ਇਹਨੂੰ ਮੈਨ ਮੇਡ ਕਿਉਂ ਕਹਿ ਰਹੇ ਹਾਂ? ਪਹਿਲਾ ਤਾਂ ਸਵਾਲ ਹੀ ਇਹ ਬਣਦਾ ਹੈ। ਕੁਛ ਆਈਡੀਆ ਤਾਂ ਸਾਰਿਆਂ ਨੂੰ ਹੀ ਹੈਗਾ, ਅਖਬਾਰਾਂ ਵਿੱਚ ਇਸ ਵਾਰੀ ਬਹੁਤ ਕੁਝ ਹੋਇਆ, ਅਖਬਾਰਾਂ ਦੇ ਵਿੱਚ ਆਇਆ ਵੀ ਮੈਨ ਮੇਡ ਸੀਗਾ। ਪਰ ਇਹ ਮੈਨ ਮੇਡ ਦੀ ਸਮਝ ਜਿਹੜੀ ਹੈ ਉਹਨੂੰ ਜ਼ਿਆਦਾ ਸੂਖਮ ਤੇ ਬਿਹਤਰ ਬਣਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਆਪਾਂ ਜਦੋਂ ਐਕਸ਼ਨ ਦੀ ਗੱਲ ਕਰਦੇ ਹਾਂ, ਕਿਉਂਕਿ ਅਲਟੀਮੇਟਲੀ ਸਾਰੀਆਂ ਡਿਸਕਸ਼ਨਾਂ ਦੇ ਵਿੱਚੋਂ ਗੱਲ ਤਾਂ ਇੱਧਰ ਨੂੰ ਜਾਣੀ ਹੈ ਨਾ ਕਿ ਆਪਾਂ ਕਰ ਕੀ ਸਕਦੇ ਹਾਂ।
ਜੇ ਆਹ ਗੱਲ ਇੱਦਾਂ ਹੈ ਤੇ ਆਪਾਂ ਇਹਦੇ 'ਚ ਕੀ ਕਰ ਸਕਦੇ ਹਾਂ, ਸਾਡਾ ਕੀ ਰੋਲ ਹੋ ਸਕਦਾ ਹੈ, ਆਪਾਂ ਸਿਚੁਏਸ਼ਨ ਨੂੰ ਬਿਹਤਰ ਬਣਾਉਣ ਲਈ, ਫਿਊਚਰ ਨੂੰ ਬਿਹਤਰ ਬਣਾਉਣ ਲਈ ਕੀ ਕਰ ਸਕਦੇ ਹਾਂ। ਤਾਂ ਉਹਦੇ ਵਾਸਤੇ ਜਿੰਨੀ ਬਿਹਤਰ ਸਮਝ ਹੋਏਗੀ, ਔਰ ਸਮਝ ਜਿਹੜੀ ਹੈ ਨਾ ਅਖਬਾਰਾਂ ਨੇ ਬਣਾਉਣੀ ਹੈ, ਬਹੁਤ ਘੱਟ ਜਿਹੜਾ ਮੈਂ ਦੇਖਿਆ ਮੀਡੀਆ ਦੀ ਕਵਰੇਜ ਉਸ ਹਿਸਾਬ ਦੀ ਹੈ ਕਿ ਜਿਹਦੇ ਵਿੱਚ ਉਹ ਡੈਪਥ ਹੋਵੇ, ਉਹ ਗੱਲਾਂ ਸਮਝਾਉਣ ਦੀ ਇੱਕ ਅੰਦਰੋਂ ਥੋੜੀ ਜਿਹੀ ਉਹ ਹੋਵੇ ਵੀ ਆਪਾਂ ਕੁਝ ਲੋਕਾਂ ਦੀ ਇੱਕ ਸਮਝ ਜਿਹੜੀ ਬਿਹਤਰ ਕਰਨੀ ਹੈ, ਉਹ ਗੱਲ ਘੱਟ ਲੱਗਦੀ ਹੈ। ਰਾਦਰ ਇੱਕ ਪ੍ਰੋਪਾਗੈਂਡਾ ਜਿਹੜਾ ਹੁੰਦਾ ਹੈ ਵੀ ਸਟੇਟ ਕੀ ਚਾਹੁੰਦੀ ਹੈ ਕਿ ਤੁਹਾਡੀ ਸਮਝ ਕਿੱਦਾਂ ਦੀ ਬਣੇ, ਉਹਨੂੰ ਪੁਸ਼ ਕੀਤਾ ਜਾ ਰਿਹਾ ਹੈ। ਔਰ ਕੁਝ ਤਾਂ ਜਾਣ ਕੇ ਕਰ ਰਹੇ ਹੋਣਗੇ, ਕੁਝ ਵਿੱਚ ਜਿਹਨੂੰ ਕਹਿੰਦੇ ਆ ਗਾਹੇ ਬਗਾਹੇ, ਮਤਲਬ ਜਿਨ੍ਹਾਂ ਨੂੰ ਬਹੁਤਾ ਆਪ ਨਹੀਂ ਸਮਝ ਆ ਰਿਹਾ, ਇਧਰੋਂ ਸੁਣ ਲਿਆ ਤੇ ਉਹ ਵੀ ਧੱਕੀ ਜਾ ਰਹੇ ਉਹੀ ਗੱਲਾਂ ਸਾਰੀਆਂ। ਤੋ ਅਖਬਾਰਾਂ ਵੀ ਜਿਹੜੀਆਂ ਹੈ ਉਹ ਜਿਵੇਂ ਕਹਿ ਲਓ ਵੀ ਫੇਕ ਨੈਰੇਟਿਵ ਨੂੰ ਪੈਡਲ ਕਰ ਰਹੀਆਂ। ਹੁਣ ਆਪਾਂ ਇੱਕ ਵਾਰੀ ਨੈਰੇਟਿਵ ਦੀ ਵੀ ਗੱਲ ਕਰ ਲਈਏ। ਨੈਰੇਟਿਵ ਤਾਂ ਸਮਝਦੇ ਆਪਾਂ ਸਾਰੇ, ਕਿਉਂ ਜੀ? ਨੈਰੇਟਿਵ ਸਮਝ ਆਉਂਦਾ ਹੈ ਵਰਡ ਕਿ ਕੀ ਹੁੰਦਾ ਨੈਰੇਟਿਵ, ਬਰਤਾਂਤ ਜਿਹਨੂੰ ਆਪਾਂ ਕਹਿੰਦੇ ਆ। ਤੇ ਫਿਰ ਫੇਕ ਨੈਰੇਟਿਵ ਕੀ ਹੁੰਦਾ, ਇਹ ਸਮਝਦੇ ਆਪਾਂ ਸਾਰੇ। ਅੱਛਾ, ਇੱਕ ਮੈਨੂੰ ਹੋਰ ਸਵਾਲ ਦੱਸੋ, ਜ਼ਿਆਦਾਤਰ ਸਟੂਡੈਂਟਸ ਕਿਹੜੀ ਬੈਕਗਰਾਊਂਡ ਤੋਂ ਹੈਗੇ? ਵੈਸੇ ਕੋਈ ਬਹੁਤਾ ਫਰਕ ਨਹੀਂ ਪੈਂਦਾ, ਪਰ ਫਿਰ ਵੀ ਮੈਂ ਥੋੜਾ ਜਿਹਾ, ਮੈਨੂੰ ਕਿਉਰਿਓਸਿਟੀ ਹੈ ਵੀ ਕੋਈ ਇਹ ਆਰਟਸ ਵਾਲੇ ਜ਼ਿਆਦਾ ਨੇ ਕਿ ਸਾਰਾ ਮਿਕਸਡ ਹੀ ਹੈ? ਮਿਕਸਡ ਹੈ, ਵਧੀਆ ਗੱਲ ਹੈ। ਤੇ ਕਿਉਂਕਿ ਮੇਰਾ ਇੰਟਰਸਟ ਇਸ ਕਰਕੇ ਹੈ ਕਿ ਇਹ ਗੱਲਾਂ ਸਮਝਣ ਤੋਂ ਬਾਅਦ ਆਪਾਂ ਕਰ ਕੀ ਸਕਦੇ ਹਾਂ। ਮੈਂ ਉਹਦੇ ਤੇ ਵੀ ਆਉਣਾ ਚਾਹੁੰਦਾ ਕਿ ਆਪਾਂ ਇਹਦੇ ਚੋਂ ਕੋਈ ਟੀਮ ਵਰਕ, ਕੋਈ ਉਹ ਚੀਜ਼ ਕੱਢ ਸਕਦੇ ਹਾਂ ਕਿ ਆਪਾਂ, ਕਿਉਂਕਿ ਅਲਟੀਮੇਟਲੀ ਪ੍ਰੋਬਲਮ ਸਾਂਝੀ ਹੈ ਤੇ ਬਹੁਤ ਵੱਡੀ ਹੈ, ਤੇ ਹੱਲ ਵੀ ਜਿਹੜੇ ਆ ਫਿਰ ਕਿਤੇ ਨਾ ਕਿਤੇ ਰਲ ਮਿਲ ਕੇ ਕੱਢਣੇ ਪੈਣਗੇ, ਕੋਈ ਤਾਲਮੇਲ ਚਾਹੀਦਾ ਹੋਏਗਾ। ਤੇ ਉਹ ਤਾਲਮੇਲ ਜਿਹੜਾ ਹੈ, ਉਹ ਇਹ ਗੱਲਾਂ ਦੀ ਸਮਝ ਜਿਹੜੀ ਹੈ, ਉਹ ਪਹਿਲਾਂ ਨੈਰੇਟਿਵ ਦੀ ਸਮਝ ਬਣਾਉਣੀ ਬਹੁਤ ਜ਼ਰੂਰੀ ਹੈ। ਤਾਂ ਆਪਾਂ ਉਹ ਐਕਸ਼ਨ ਪਲਾਨ ਤੇ ਪਹੁੰਚਾਂਗੇ ਕਿ ਆਪਾਂ ਕਰ ਕੀ ਸਕਦੇ ਹਾਂ। ਤਾਂ ਹੁਣ ਆਪਾਂ ਫਲੱਡਸ ਤੇ ਪਹਿਲਾਂ ਆਈਏ, ਉਸ ਤੋਂ ਪਹਿਲਾਂ ਇਹ ਜ਼ਰੂਰੀ ਇਸ ਕਰਕੇ ਹੈ ਕਿਉਂਕਿ ਇਹਦੇ ਵਿੱਚ ਉਹਦੀ ਐਗਜ਼ਾਮਪਲ ਬੜੀ ਵੱਡੀ ਨਜ਼ਰ ਆਉਂਦੀ ਹੈ ਕਿ ਸਰਕਾਰ ਕਿਵੇਂ ਗੇਮ ਖੇਡਦੀ ਹੈ ਜਾਂ ਹੋਰ ਅਦਾਰੇ ਕਿਵੇਂ ਗੇਮ ਖੇਡਦੇ। ਤਾਂ ਤੁਹਾਨੂੰ ਫੇਕ ਨੈਰੇਟਿਵ ਜਿਹੜੀ ਹੈ, ਉਹ ਮੈਂ ਹਾਲੇ ਸਮਝ ਨਹੀਂ ਪਾਇਆ ਕਿ ਕਿੰਨੇ ਨੂੰ ਲੱਗਦਾ ਉਹਨਾਂ ਨੂੰ ਫੇਕ ਨੈਰੇਟਿਵ ਦਾ ਮਤਲਬ ਸਮਝ ਆਉਂਦਾ? ਹੱਥ ਖੜੇ ਕਰੋ ਜਰਾ। ਜ਼ਿਆਦਾ ਹੋਣੇ ਚਾਹੀਦੇ। ਯੂਨੀਵਰਸਿਟੀ ਦੇ ਬੱਚਿਆਂ 'ਚ ਫੇਕ ਨੈਰੇਟਿਵ ਬਹੁਤਾ ਔਖਾ ਨਹੀਂ ਕੰਮ ਹੈਗਾ ਸਮਝਣਾ, ਚਲੋ 8-10 ਜਣਿਆਂ ਨੂੰ ਸਮਝ ਆ ਰਿਹਾ, ਬਾਕੀਆਂ ਨੂੰ ਫੇਕ ਨੈਰੇਟਿਵ ਦਾ ਬਿਲਕੁਲ ਆਈਡੀਆ ਨਹੀਂ ਲੱਗ ਰਿਹਾ ਕਿ ਝੂਠਾ ਬਰਤਾਂਤ ਕੀ ਹੁੰਦਾ। ਚਲੋ ਮੈਂ ਥੋੜਾ ਜਿਹਾ ਉਹਦੀ ਆਪਣੇ ਵੱਲੋਂ ਕੋਸ਼ਿਸ਼ ਕਰਦਾ ਵਿਆਖਿਆ ਕਰਨ ਦੀ, ਵੀ ਜੇ ਉਹਦੇ ਨਾਲ ਬੈਟਰ ਹੋ ਜੇ ਅੰਡਰਸਟੈਂਡਿੰਗ, ਕਿਉਂਕਿ ਇਹ ਸਮਝਣਾ ਬਹੁਤ ਜ਼ਰੂਰੀ ਹੈ, ਹਰ ਇੱਕ ਨੂੰ ਸਮਝ ਆਉਣਾ ਚਾਹੀਦਾ ਹੈ। ਆਪਣੀ ਅਸਲੀ ਲੜਾਈ ਜਿਹੜੀ ਆ ਫਲੱਡਸ ਦੇ ਨਾਲ ਨਹੀਂ ਹੈਗੀ, ਆਪਣੀ ਅਸਲੀ ਲੜਾਈ ਫੇਕ ਨੈਰੇਟਿਵ ਦੇ ਨਾਲ ਹੈ। ਕਿਉਂਕਿ ਫਲੱਡਸ ਦੇ ਉੱਤੇ ਵੀ ਉਹ ਫੇਕ ਨੈਰੇਟਿਵ ਜਿਹੜਾ ਆਇਆ, ਉਹਨੇ ਸਾਨੂੰ ਭੰਬਲ ਪੂਸੇ 'ਚ ਪਾਇਆ, ਉਹਨੇ ਕਈ ਤਰ੍ਹਾਂ ਦੀਆਂ, ਔਰ ਇਹ ਪਹਿਲੀ ਵਾਰੀ ਹੋਇਆ ਕਿ ਉਹ ਫੇਕ ਨੈਰੇਟਿਵ ਸਾਨੂੰ ਟੁੱਟਦਾ ਦਿਖਿਆ ਥੋੜਾ ਜਿਹਾ। ਤਾਂ ਹੀ ਇਹ ਗੱਲ ਆਪਾਂ ਕਰ ਰਹੇ ਹਾਂ ਕਿ ਕੀ ਇਹ ਮੈਨਮੇਡ ਹੈ। ਹਾਲੇ ਤੱਕ ਮੈਨਮੇਡ ਬਾਰੇ ਬਹੁਤੇ ਸੈਮੀਨਾਰ, ਬਹੁਤੀਆਂ ਗੱਲਾਂ ਨਹੀਂ ਸੀ ਹੋਈਆਂ। ਤਾਂ ਇਸ ਕਰਕੇ ਫੇਕ ਨੈਰੇਟਿਵ ਕੀ ਬਣਾਇਆ ਗਿਆ ਇਹਦਾ? ਕੋਈ ਦੱਸ ਸਕਦਾ ਵੀ ਜਦੋਂ ਇਹ ਹੜ੍ਹ ਆਏ, 23 'ਚ ਵੀ ਆਏ, 25 'ਚ ਵੀ ਆਏ, ਕੀ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਹੋਈ? ਜੇ ਤੁਸੀਂ ਅਖਬਾਰਾਂ ਪੜ੍ਹਦੇ ਹੋ ਸਰਕਾਰਾਂ ਵੱਲੋਂ, ਵੀ ਇਹ ਕਾਹਦੇ ਕਰਕੇ ਆਏ ਫਲੱਡ? ਹਾਂਜੀ, ਹਾਂ ਕੀ ਕਿਹਾ? ਐਕਸੈਸਿਵ ਕਲਾਊਡ ਬਰਸਟ। ਹੋਰ ਕੋਈ? ਹਾਂ ਠੀਕ ਹੈ, ਪਰ ਥੋੜਾ ਹੋਰ ਬੈਟਰ ਵਰਡ ਕੋਈ ਇਹਦਾ? ਕੱਲਾ ਕਲਾਊਡ ਬਰਸਟ ਨਹੀਂ ਹੈ, ਹੋਰ ਵੀ ਕਈ ਗੱਲਾਂ। ਹੋਰ ਥੋੜਾ ਜੈਨਰਿਕ? ਕਲਾਈਮੇਟ ਚੇਂਜ। ਹੋਰ ਜੈਨਰਿਕ ਥੋੜਾ ਜਿਹਾ? ਆਪਣੇ ਟੌਪਿਕ 'ਚ ਲੁਕਿਆ ਆਨਸਰ ਆ ਜਿਹੜਾ ਅੱਜ ਦਾ ਟੌਪਿਕ ਹੈ, ਉਹਨੂੰ ਸੋਚੋ ਜਰਾ ਕੀ ਲਿਖਿਆ ਸਾਹਮਣੇ। ਜਿਹੜਾ ਮੈਨ ਮੇਡ ਦੀ ਗੱਲ ਕਰ ਰਹੇ ਆ, ਮੈਨ ਮੇਡ ਨਹੀਂ ਹੈਗਾ ਇਹ, ਆਪਾਂ ਕਹਿ ਰਹੇ ਹਾਂ ਮੈਨ ਮੇਡ ਹੈਗਾ, ਪਰ ਉਹ ਕੀ ਕਹਿ ਰਹੇ ਕੀ ਹੈ? ਨੈਚੁਰਲ ਡਿਜ਼ਾਸਟਰ। ਨੈਚੁਰਲ ਡਿਜ਼ਾਸਟਰ ਕਹਿਣ ਦਾ ਕੀ ਫਾਇਦਾ ਉਹਨਾਂ ਨੂੰ? ਜ਼ਿੰਮੇਵਾਰੀ ਤੋਂ ਫਰਕ ਹੋ ਗਏ, ਲੜ ਲਓ ਨੇਚਰ ਨਾਲ, ਰੱਬ ਨੂੰ ਕੱਢ ਲਓ ਗਾਲਾਂ, ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਸੌਖਾ ਕੰਮ ਹੋ ਗਿਆ ਨਾ ਸਰਕਾਰ ਵਾਸਤੇ ਬਹੁਤ। ਸਰਕਾਰਾਂ ਬਹੁਤ ਚਲਾਕ ਹੁੰਦੀਆਂ। ਇਹ ਸਾਨੂੰ ਗੱਲ ਥੋੜੀ ਲੇਟ ਸਮਝ ਆਈ ਹੈ ਦਾੜੀਆਂ ਚਿੱਟੀਆਂ ਕਰਾ ਕੇ। ਅਜੇਪਾਲ ਜੀ ਨੂੰ ਸ਼ਾਇਦ ਪਹਿਲਾਂ ਆ ਗਈ ਸੀ ਸਾਡੇ ਨਾਲੋਂ ਥੋੜੀ ਜੀ, ਮਤਲਬ ਮੈਂ ਤੇ ਧੱਕੇ ਖਾ ਕੇ ਹੀ ਸਿੱਖਿਆ। ਮੈਂ ਤੇ ਹੈਗਾ ਕੈਮੀਕਲ ਇੰਜੀਨੀਅਰ ਦੀ ਪੜ੍ਹਾਈ ਕੀਤੀ ਹੈ, IT ਮੇਰਾ ਬੈਕਗਰਾਊਂਡ ਹੈ, ਤੇ ਐਕਟਿਵਿਜ਼ਮ ਪਿਛਲੇ 5 ਕੁ ਸਾਲ ਤੋਂ ਥੋੜੀ ਜ਼ਿਆਦਾ ਕਰ ਰਹੇ ਹਾਂ, ਉਸ ਤੋਂ ਪਹਿਲੇ ਥੋੜੀ ਹੋ ਰਹੀ ਸੀਗੀ। ਤੇ ਇਹ ਗੱਲਾਂ ਪਰ ਸਮਝਣੀਆਂ ਬਹੁਤ ਜ਼ਰੂਰੀ ਨੇ ਕਿ ਫੇਕ ਨੈਰੇਟਿਵ ਬੜੀ ਆਮ ਗੱਲ ਹੈ ਸਰਕਾਰਾਂ ਵਾਸਤੇ। ਇਹ ਨੈਰੇਟਿਵ ਘੜਿਆ ਗਿਆ ਕਿ ਇਹ ਇੱਕ ਨੈਚੁਰਲ ਡਿਜ਼ਾਸਟਰ ਹੈ 23 'ਚ ਵੀ ਤੇ 25 'ਚ ਵੀ। ਉਹਦੇ ਨਾਲ ਕੀ ਹੈ ਕਿ ਜ਼ਿੰਮੇਵਾਰੀ ਤੋਂ ਸਰਕਾਰ ਜਿਹੜੀ ਉਹ ਫਾਰਗ ਹੋ ਗਈ। ਉਹ ਜੀ ਕੁਦਰਤੀ ਆਫਤ ਹੈ, ਅਸੀਂ ਕੀ ਕਰ ਸਕਦੇ ਹਾਂ, ਆ ਗਈ ਹੋ ਗਿਆ। ਲੋਕੀ ਵੀ ਆਪਣੇ ਥੋੜੇ ਇਹੋ ਜਿਹੇ ਵੀ ਉਹ ਕਹਿੰਦੇ ਹਾਂ ਜੀ ਚਲੋ ਹੁਣ ਰੱਬ ਨੇ ਜੋ ਕਰਤਾ, ਆਪਾਂ ਹੁਣ ਸਾਡੀ ਕਿਸਮਤ 'ਚ ਜੋ ਲਿਖਿਆ ਸੀ ਹੋ ਗਿਆ। ਪਰ ਗੱਲ ਇਹ ਹੈ ਕਿ
ਹੁਣ ਇਹ ਮੈਨਮੇਡ ਦੀ ਗੱਲ ਕਿੱਥੋਂ ਆ ਗਈ? ਆਪਾਂ ਅੱਜ ਕਿਉਂ ਇਹ ਸੈਮੀਨਾਰ ਕਰ ਰਹੇ ਹਾਂ ਵੀ ਇਹ ਮੈਨਮੇਡ ਦੀਆਂ ਗੱਲਾਂ ਕਿਉਂ ਨਿਕਲ ਰਹੀਆਂ ਹੁਣ? ਕਿਉਂਕਿ ਕੁਝ ਗੱਲਾਂ ਇਦਾਂ ਦੀਆਂ ਹੋਈਆਂ, ਕੁਝ ਐਫਰਟ ਇਦਾਂ ਦੀ ਹੋਈ, ਕੁਝ ਮਿਹਨਤ ਇਦਾਂ ਦੀ ਹੋਈ, ਕੁਝ ਗੱਲਾਂ ਇਹੋ ਜਿਹੀਆਂ ਮੀਡੀਆ ਦੇ ਵਿੱਚ ਵੀ ਆਈਆਂ ਤੇ ਬਾਹਰ ਵੀ ਆਈਆਂ ਕਿ ਇਹ ਜਿਹੜਾ ਹੈ ਇਹ ਕੁਦਰਤੀ ਨਹੀਂ ਹੈ। ਇਹਦੇ ਵਿੱਚ ਡੈਮਾਂ ਦੀ ਮਿਸਮੈਨੇਜਮੈਂਟ ਵਰਗੇ ਕੰਮ ਜਿਹੜੇ ਆ ਹੋਏ ਆ। ਹੁਣ ਡੈਮ ਕਿਹਨੇ ਬਣਾਏ ਹੈ? ਨੇਚਰ ਨੇ ਬਣਾਏ ਆ ਡੈਮ? ਨਹੀਂ ਬਣਾਏ। ਉਹਦੇ ਵਿੱਚ ਪਾਣੀ ਕਿਵੇਂ ਭਰਨਾ ਹੈ, ਕਿੰਨਾ ਛੱਡਣਾ ਹੈ, ਇਹ ਨੇਚਰ ਡਿਸਾਈਡ ਕਰਦੀ ਹੈ? ਇਹ ਕੋਈ ਇੰਜੀਨੀਅਰ ਡਿਸਾਈਡ ਕਰਦਾ ਹੈ? ਕੋਈ ਉੱਥੇ ਬੈਠਾ ਹੁੰਦਾ ਹੈ ਜਿਹੜਾ ਜਾਂ ਤੇ ਗਲਤੀ ਕਰਦਾ ਹੈ ਜਾਂ ਠੀਕ ਕੰਮ ਕਰਦਾ ਹੈ ਜਾਂ ਪ੍ਰੈਸ਼ਰ ਦੇ ਵਿੱਚ ਕੋਈ ਨਾ ਕੋਈ ਡਿਸੀਜਨ ਇੱਦਾਂ ਦਾ ਲੈਂਦਾ ਜਿਹੜਾ ਵੈਸੇ ਲਿਆ ਜਾਣਾ ਨਹੀਂ ਬਣਦਾ। ਇਹ ਇੱਕ ਕਲੇਮ ਹੈ, ਪਰ ਮੈਂ ਇਹਨੂੰ ਜਸਟੀਫਾਈ ਕਰਾਂਗਾ ਵੀ ਹਾਂ ਇਹ ਜਿਹੜਾ ਕਲੇਮ ਹੈ ਕਿ ਉਹਨਾਂ ਨੇ ਬੀਬੀਐਮਬੀ ਕੀ ਹੈ ਇਹ ਪਤਾ ਸਭ ਨੂੰ ਜੀ, ਭਾਖੜਾ ਬਿਆਸ ਮੈਨੇਜਮੈਂਟ ਬੋਰਡ। ਇਹ 4-5 ਸਾਡੇ ਸਰਕਾਰਾਂ ਇਹਦੇ ਵਿੱਚ ਭਾਗੀਦਾਰ ਨੇ, ਪੰਜਾਬ, ਹਰਿਆਣਾ, ਹਿਮਾਚਲ, ਸੈਂਟਰਲ ਗਵਰਨਮੈਂਟ, ਯੂਨੀਅਨ ਗਵਰਨਮੈਂਟ ਤੇ ਦਿੱਲੀ ਦਾ ਵੀ ਸ਼ਾਇਦ ਥੋੜਾ ਜਿਹਾ ਹੈਗਾ ਵਿੱਚ ਇੱਕ, ਸੋ ਰਾਜਸਥਾਨ, ਯੈਸ। ਤੋ ਇਹ ਸਟੇਟਾਂ ਮਿਲ ਕੇ ਬੀਬੀਐਮਬੀ ਨੂੰ ਜਿਹੜਾ ਹੈ ਉਹ ਉਹਦਾ ਹਿੱਸਾ ਨੇ। ਇਹਦੀ ਹਿਸਟਰੀ ਹੈ, ਬੈਕਗਰਾਉਂਡ ਹੈ, ਉਹਦੇ ਵਿੱਚ ਮੈਂ ਨਹੀਂ ਜਾਂਦਾ ਕਿਉਂਕਿ ਉਹ ਇੱਕ ਫਿਰ ਬਹੁਤ ਲੰਬਾ ਟੌਪਿਕ ਹੋ ਜਾਂਦਾ ਹੈ। ਪਰ ਬੀਬੀਐਮਬੀ ਨੇ ਜਿਹੜਾ ਹੈ ਜੋ ਵੀ ਡਿਸੀਜਨ ਲੈਣਾ ਹੈ ਉਹਦੇ ਤਿੰਨ ਪਰਪਸ ਹੁੰਦੇ ਆ ਡੈਮਾਂ ਦੇ। ਇਹ ਸਾਡੇ ਡੈਮ ਕਿਹੜੇ ਡੈਮਾਂ ਦੀ ਆਪਾਂ ਅੱਜ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹੜ੍ਹ ਲਿਆਂਦੇ ਆ ਇਸ ਵਾਰੀ? ਭਾਖੜਾ, ਪੌਂਗ ਤੇ ਰਣਜੀਤ ਸਾਗਰ। ਰਣਜੀਤ ਸਾਗਰ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਕੰਟਰੋਲ 'ਚ ਹੈ, ਪਰ ਪੌਂਗ ਤੇ ਭਾਖੜਾ ਵੱਡੇ ਡੈਮ ਹੈ ਤੇ ਉਹ ਜਿਹੜੇ ਹੈ ਉਹ ਬੀਬੀਐਮਬੀ ਦੇ ਕੰਟਰੋਲ 'ਚ ਹੈ, ਜਿਹੜਾ ਕਈ ਸਰਕਾਰਾਂ ਦਾ ਮਿਲ ਕੇ ਇੱਕ ਆਰਗੇਨਾਈਜੇਸ਼ਨ ਕਹਿ ਲਓ ਜਾਂ ਇੱਕ ਇੰਸਟੀਟਿਊਸ਼ਨ ਕਹਿ ਲਓ, ਉਹ ਹੈਗਾ ਸਾਂਝਾ। ਹੁਣ ਜਿਹੜੇ ਦਰਿਆ ਉਹਦੇ ਪੌਂਗ ਤੇ ਭਾਖੜੇ ਦੇ ਵਿੱਚ ਆ ਰਹੇ ਆ ਉਹ ਹੈਗੇ ਆ ਬਿਆਸ ਤੇ ਸਤਲੁਜ। ਪੌਂਗ ਡੈਮ ਬਣਿਆ ਬਿਆਸ ਦੇ ਉੱਤੇ, ਭਾਖੜਾ ਡੈਮ ਬਣਿਆ ਸਤਲੁਜ ਦੇ ਉੱਤੇ। ਜਦੋਂ ਡੈਮਾਂ ਦੀ ਮਿਸਮੈਨੇਜਮੈਂਟ ਹੁੰਦੀ ਹੈ, ਪਾਣੀ ਕੋਈ ਵੱਧ ਘੱਟ ਛੱਡਿਆ ਜਾਂਦਾ ਹੈ ਜਾਂ ਕੋਈ ਉਹਦੇ ਕਾਰਨਾਂ ਦੇ ਵਿੱਚ ਮੈਂ ਹਾਲੇ ਤੱਕ ਉਹਨੂੰ ਹਿਊਮਨ ਐਰਰ ਹੀ ਕਹਿੰਦਾ ਰਿਹਾ, ਮੈਂ ਅੱਗੋਂ ਵੀ ਹਿਊਮਨ ਐਰਰ ਹੀ ਕਹੂੰਗਾ। ਉਹਦਾ ਵੀ ਕਾਰਨ ਹੈ ਕਿ ਭਾਵੇਂ ਉਹ ਹੁਣ ਦੇਖੋ ਉਹਦੇ ਵਿੱਚ ਪਾਣੀ ਵੱਧ ਘੱਟ ਛੱਡਿਆ ਗਿਆ ਜਿਹਦੇ ਕਰਕੇ ਹੜ੍ਹ ਆਏ, ਇਹ ਸਾਡਾ ਕਨਕਲੂਜਨ ਹੈ ਜੋ ਅਸੀਂ ਸਟੱਡੀ ਕੀਤੀ, ਜੋ ਅਸੀਂ ਡਾਟਾ ਪਬਲਿਕਲੀ ਸ਼ੇਅਰ ਕੀਤਾ, ਮੀਡੀਆ 'ਚ ਵੀ ਦਿੱਤਾ, ਔਰ ਉਹ ਡਾਟਾ ਬੀਬੀਐਮਬੀ ਦਾ। ਉਹਨੂੰ ਇੱਕ ਤਰ੍ਹਾਂ ਦਾ ਇਹ ਕਹਿਣਾ ਕਿ ਇਹਦੇ ਵਿੱਚ ਗਲਤੀ ਹੋਈ ਹੈ, ਉਹ ਅੱਗੋਂ ਲੋਕ ਆਪ ਆਪਣਾ ਅੰਦਾਜ਼ਾ ਲਗਾ ਸਕਦੇ ਆ ਵੀ ਉਹ ਗਲਤੀ ਨਾਲ ਹੋਈ ਹੈ ਕਿ ਗਲਤੀ ਨਾਲ ਨਹੀਂ ਹੋਈ। ਕਿਉਂਕਿ ਕਈ ਵਾਰੀ ਗਲਤੀ ਵੀ ਜਿਹੜੀ ਹੁੰਦੀ ਹੈ ਉਹ ਚਲੋ ਇੰਨਾ ਕੁ ਤਾਂ ਸਿੱਧਾ ਕਹਿ ਹੀ ਸਕਦੇ ਹਾਂ ਕਿ ਜਾਣਬੁੱਝ ਕੇ ਗਲਤੀ ਵੀ ਕਈ ਵਾਰੀ ਕੀਤੀ ਜਾਂਦੀ ਹੈ, ਦੇਖਣ ਨੂੰ ਗਲਤੀ ਲੱਗਦੀ ਹੈ। ਹੁਣ ਮੈਂ ਉਹਦੇ ਵਿੱਚ ਇਸ ਕਰਕੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਉਹ ਫਿਰ ਇੱਕ ਨਾਨ ਟੈਕਨੀਕਲ ਗੱਲ ਹੋ ਜਾਂਦੀ ਹੈ, ਕਿਸੇ ਦੀ ਇੰਟੈਂਸ਼ਨ ਦੇ ਉੱਤੇ ਗੱਲ ਆ ਜਾਂਦੀ ਹੈ। ਉਹ ਆਪਾਂ ਚਲੋ ਵੱਖਰਾ ਇੱਕ ਰੱਖ ਦਈਏ, ਉਹਦੇ ਤੇ ਆਪਾਂ ਕਮੈਂਟ ਹੀ ਨਹੀਂ ਕਰਦੇ, ਨਾ ਯੈਸ ਕਹਿੰਦੇ ਆ ਨਾ ਨੋ ਕਹਿੰਦੇ ਆ, ਜੋ ਵੀ ਹੈ। ਆਪਾਂ ਇੱਕ ਚੀਜ਼ ਪਹਿਲੇ ਕਲੀਅਰ ਕਰ ਲਈਏ ਕਿ ਕੀ ਇਹ ਨੈਚੁਰਲ ਹੈ ਜਾਂ ਮੈਨਮੇਡ ਹੈ, ਕਿਉਂਕਿ ਇੱਕ ਵਾਰੀ ਜਦੋਂ ਨੈਚੁਰਲ ਦਾ ਬਿਰਤਾਂਤ ਟੁੱਟ ਜਾਂਦਾ ਹੈ ਤੇ ਫਿਰ ਉਹ ਗੱਲਾਂ ਆਪਣੇ ਆਪ ਖੁੱਲ ਜਾਂਦੀਆਂ ਹੈ ਕਿ ਹਾਂ ਭਾਈ ਇਹ ਕਿੱਦਾਂ ਦਾ, ਜੇ ਨੈਚੁਰਲ ਨਹੀਂ ਹੈ ਤਾਂ ਮੈਨਮੇਡ ਕਿੱਦਾਂ ਦਾ, ਫਿਰ ਇੰਟੈਂਸ਼ਨਲ ਮੈਨਮੇਡ ਕਿ ਗਲਤੀ ਨਾਲ ਮੈਨਮੇਡ। ਪਰ ਜਿੱਦਾਂ ਦਾ ਵੀ ਹੈ ਤੇ ਮੈਨਮੇਡ। ਕਿਉਂਕਿ ਡਾਟਾ ਕੀ ਕਹਿੰਦਾ, ਹੁਣ ਆਪਾਂ ਉਹਦੇ ਤੇ ਇੱਕ ਵਾਰੀ ਥੋੜੀ ਜਿਹੀ ਗੱਲ ਕਰ ਲਈਏ ਕਿ ਜਿਹੜਾ ਭਾਖੜਾ ਤੇ ਪੌਂਗ ਦਾ ਡਾਟਾ ਸੀਗਾ, ਉਹ ਡਾਟਾ 2023 ਦੇ ਵਿੱਚ ਬੀਬੀਐਮਬੀ ਦੀ ਵੈਬਸਾਈਟ ਦੇ ਉੱਤੇ ਲਗਾਤਾਰ ਰੋਜ਼ ਆਉਂਦਾ ਸੀ ਵੀ ਇੰਨਾ ਲੈਵਲ ਹੋ ਗਿਆ, ਇੰਨਾ ਇਨਫਲੋ ਆ ਰਿਹਾ ਡੈਮ ਦੇ ਵਿੱਚ, ਇੰਨਾ ਆਊਟਫਲੋ ਜਾ ਰਿਹਾ। ਤੇ ਇਹ 3 ਡੇਟਾ ਮੇਨ ਹੁੰਦੇ ਆ ਕਿਸੇ ਵੀ ਡੈਮ ਦੇ। ਇਹ ਸਮਝਦੇ ਹੋ ਤੁਸੀਂ ਵੀ? ਇਨਫਲੋ ਦਾ ਮਤਲਬ ਕਿੰਨਾ ਪਾਣੀ ਅੰਦਰ ਆ ਰਿਹਾ, ਲੈਵਲ ਇਸ ਵੇਲੇ ਕਿੰਨਾ ਭਰ ਗਿਆ, ਤੇ ਆਊਟਫਲੋ ਕਿੰਨਾ ਜਾ ਰਿਹਾ। ਹੁਣ ਜੇ ਆਹ ਡਾਟਾ ਤੁਹਾਨੂੰ ਕਲੀਅਰ ਦਿਖਾਈ ਜਾਵੇ ਕਿ ਜਿਸ ਦਿਨ ਹੜ੍ਹ ਆਏ ਉਸ ਦਿਨ ਬਹੁਤ ਸਾਰਾ ਪਾਣੀ ਡੈਮ 'ਚੋਂ ਛੱਡਿਆ ਗਿਆ ਸੀ, ਤੇ ਆਪਾਂ ਕੋਈ ਕੋਰਿਲੇਸ਼ਨ ਬਣਾ ਹੀ ਸਕਦੇ ਹਾਂ ਉਹਦਾ ਵੀ ਅੱਜ ਡੈਮ 'ਚੋਂ ਬਹੁਤ ਪਾਣੀ ਛੱਡਿਆ ਗਿਆ ਤੇ ਥੱਲੇ ਹੜ੍ਹ ਆਏ, ਦਰਿਆ ਨੂੰ ਜਿਹੜੇ ਬੰਨ੍ਹ ਸੀ ਤੋੜ ਕੇ ਨਿਕਲ ਗਿਆ ਪਾਣੀ, ਤੇ ਉਹ ਲੋਕਾਂ ਦੇ ਘਰਾਂ 'ਚ ਵੜ ਗਿਆ, ਲੋਕਾਂ ਦੇ ਖੇਤਾਂ 'ਚ ਵੜ ਗਿਆ। ਤਾਂ ਇਹ ਇੰਨਾ ਕੁ ਕੋਰਿਲੇਸ਼ਨ ਤਾਂ ਆਪਾਂ ਬਣਾ ਹੀ ਸਕਦੇ ਹਾਂ ਨਾ, ਇੱਕ ਡਾਟ ਤਾਂ ਕਨੈਕਟ ਹੁੰਦੀ ਹੈ। ਇਹ ਬੜਾ ਕਲੀਅਰ ਸੀਗਾ। ਮੈਂ 23 ਦੀ ਗੱਲ ਕਰ ਰਿਹਾ, 2023 ਦੇ ਵਿੱਚ 16 ਅਗਸਤ ਨੂੰ ਹੜ੍ਹ ਆਇਆ ਸੀ ਮੇਨ ਪੰਜਾਬ ਦੇ ਵਿੱਚ, ਵੱਡਾ ਹੜ੍ਹ। ਔਰ ਉਹਦੇ ਵਿੱਚ ਕੀ ਹੋਇਆ ਸੀ ਕਿ 16 ਅਗਸਤ ਦੀ ਰਾਤ ਨੂੰ, 15-16 ਦੀ ਰਾਤ ਨੂੰ ਵੱਡੇ ਪੱਧਰ ਤੇ ਪਾਣੀ ਛੱਡਿਆ ਗਿਆ ਸੀ, ਪੌਂਗ ਦੇ ਵਿੱਚੋਂ ਵੀ ਭਾਖੜੇ ਦੇ ਵਿੱਚੋਂ।
ਔਰ ਇਹ ਡਾਟਾ ਵੈਬਸਾਈਟ ਤੇ ਪਿਆ ਸੀ। ਜਦੋਂ ਇਹਦੇ ਬਾਰੇ ਅਸੀਂ ਥੋੜੀ ਗੱਲ ਕਰਨੀ ਸ਼ੁਰੂ ਕੀਤੀ ਵੀ ਆਹ ਪਾਣੀ ਇੰਨਾ ਕਿਉਂ ਛੱਡਿਆ ਗਿਆ, ਤਾਂ ਪਿਛਲੇ ਦਿਨਾਂ ਦਾ ਡਾਟਾ ਵੀ ਪਿਆ ਸੀ, ਉਹ ਵੀ ਦੇਖਿਆ ਉੱਥੇ, ਤੇ ਉਹਦੇ ਵਿੱਚ ਕਲੀਅਰ ਇੱਕ ਇੰਡੀਕੇਸ਼ਨ ਸੀ ਕਿ ਪਹਿਲਾਂ ਕਈ ਦਿਨ ਲਗਾਤਾਰ 10 ਦਿਨ ਡੈਮ ਜਿਹੜਾ ਹੈ ਉਹ ਭਰਿਆ ਜਾ ਰਿਹਾ ਸੀ, ਅੱਗੋਂ ਪਾਣੀ ਛੱਡਿਆ ਨਹੀਂ ਜਾ ਰਿਹਾ ਸੀ। ਹੁਣ ਇਹਦਾ ਕੀ ਮਤਲਬ, ਛੱਡਿਆ ਨਹੀਂ ਜਾ ਰਿਹਾ ਮਤਲਬ ਬਹੁਤ ਥੋੜਾ ਛੱਡਿਆ ਜਾ ਰਿਹਾ ਸੀ। ਵੀ ਪਿੱਛੋਂ ਜੇ ਮੰਨ ਲਓ ਵੀ 60,000 ਕਿਊਸੈਕ ਆ ਰਿਹਾ ਜਾਂ 70,000 ਕਿਊਸੈਕ ਆ ਰਿਹਾ, ਤੇ ਅੱਗੋਂ ਜੇ ਤੁਹਾਡਾ 15,000 ਕਿਊਸੈਕ ਛੱਡਿਆ ਜਾ ਰਿਹਾ, 18,000 ਕਿਊਸੈਕ ਛੱਡਿਆ ਜਾ ਰਿਹਾ, ਤਾਂ ਬਿਲਡਅਪ ਹੀ ਹੋਏਗਾ ਨਾ ਡੈਮ ਦੇ ਵਿੱਚ, ਪਾਣੀ ਵਧੇਗਾ। ਉਹ ਹੋ ਰਿਹਾ ਸੀ, ਉਹਦੇ ਵਿੱਚ ਕਲੀਅਰ ਲੈਵਲ ਦਿਖਾ ਰਿਹਾ ਸੀ ਵੀ ਵੱਧ ਰਿਹਾ। ਹੁਣ ਜਦੋਂ ਲੈਵਲ ਵੱਧ ਰਿਹਾ ਸੀਗਾ ਤੇ 16 ਅਗਸਤ ਨੂੰ ਅਚਾਨਕ ਪਾਣੀ ਛੱਡ ਦਿੱਤਾ ਜਾਂਦਾ ਹੈ। 12, 13, 14, 15 ਇਹ 4 ਦਿਨ ਤਾਂ ਇੰਨੇ ਕਲੀਅਰ ਸੀਗੇ ਕਿ ਪਾਣੀ ਪਿੱਛੋਂ ਵੱਧ ਆ ਰਿਹਾ, ਬਾਹਰ ਬਹੁਤ ਘੱਟ ਛੱਡਿਆ ਜਾ ਰਿਹਾ, ਔਰ ਬਿਲਕੁਲ ਨੱਕੋ ਨੱਕ ਡੈਮ ਭਰ ਗਿਆ, ਔਰ ਫਿਰ ਇੱਕਦਮ ਪਾਣੀ ਛੱਡ ਦਿੱਤਾ। ਇਹਦੇ ਤੇ ਜਦੋਂ ਸਵਾਲ ਖੜਾ ਕੀਤਾ ਤੇ ਉਹ ਕੋਈ ਬਹੁਤੀ ਦੂਰ ਗਿਆ ਨਹੀਂ। ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਨੈਰੇਟਿਵ ਕਿਵੇਂ ਆਉਂਦੇ ਆ, ਸਾਡੀ ਕੋਈ ਬਹੁਤੀ ਨਿਊਜ਼ ਕਵਰੇਜ ਨਹੀਂ ਹੋਈ ਉਸ ਗੱਲ ਦੀ। ਚਲੋ ਫਿਰ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਕੋਈ ਵੀਡੀਓ ਪਾਈ ਉਹ ਵਾਇਰਲ ਹੋ ਗਈ, ਤੁਰੀ ਫਿਰੀ ਬਥੇਰੀ, ਤੇ ਸਰਕਾਰ ਦੇ ਕੁਝ ਲੋਕਾਂ ਨੂੰ ਐਂ ਲੱਗਿਆ ਕਿ ਜਵਾਬ ਦੇਣਾ ਮਤਲਬ ਸ਼ਾਇਦ ਪਏਗਾ। ਇੰਡੀਅਨ ਐਕਸਪ੍ਰੈਸ ਨੇ ਇੱਕ ਸਟੋਰੀ ਕੀਤੀ, BBMB ਦੇ ਚੇਅਰਮੈਨ ਨੂੰ ਪੁੱਛਿਆ, ਉਹਨਾਂ ਨੇ ਕੋਈ ਗੋਲ ਮੋਲ ਜਿਹੇ ਜਵਾਬ ਦਿੱਤੇ, ਪਰ ਸਿੱਧਾ ਨਹੀਂ ਦਿੱਤਾ। ਅਸੀਂ ਇੱਕ ਇਨਕੁਆਇਰੀ ਦੀ ਮੰਗ ਕੀਤੀ, ਅਸੀਂ ਇੱਕ ਚਿੱਠੀ ਲਿਖੀ CM ਪੰਜਾਬ ਤੇ BBMB ਵਾਸਤੇ ਅਸੀਂ ਲਿਖੀ ਪਾਵਰ ਮਿਨਿਸਟਰ ਨੂੰ, ਕਿਉਂਕਿ BBMB ਦਾ ਜਿਹੜਾ ਆਪਰੇਸ਼ਨਲ ਕੰਟਰੋਲ ਹੈ ਉਹ ਯੂਨੀਅਨ ਦੇ ਵਿੱਚ ਪਾਵਰ ਮਿਨਿਸਟਰੀ ਦੇ ਅੰਡਰ ਹੈ। ਉਹਨਾਂ ਨੂੰ ਇੱਕ ਚਿੱਠੀ ਲਿਖੀ ਵੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ, ਘੱਟੋ ਘੱਟ ਇਨਕੁਆਇਰੀ ਤਾਂ ਕਰੋ ਵੀ ਇਹ ਮੈਨਮੇਡ ਹੈ ਕਿ ਨੈਚੁਰਲ ਹੈ, ਤੇ ਆਹ ਡਾਟਾ ਪੈਟਰਨ ਦੇਖੋ ਵੀ ਆਹ ਇਨਫਲੋਜ਼ ਹੈ, ਆਊਟਫਲੋਜ਼ ਹੈ। ਇਹ ਤੋਂ ਤਾਂ ਕੋਈ ਵੀ ਚੌਥੀ ਕਲਾਸ ਦਾ ਬੱਚਾ ਵੀ ਦੇਖ ਕੇ ਕਹਿ ਸਕਦਾ ਵੀ ਇਹ ਤਾਂ ਕਿਸੇ ਨੇ ਗੜਬੜ ਕੀਤੀ ਹੈ। ਹੁਣ ਉਹਦਾ ਜਵਾਬ ਦੇਣਾ ਬਹੁਤ ਔਖਾ ਸੀ, ਸਾਨੂੰ ਵੀ ਲੱਗ ਰਿਹਾ ਸੀ ਕਿ ਇਹਦਾ ਬਹੁਤ ਔਖਾ ਜਵਾਬ ਦੇਣਾ। ਉਹਦੀ ਕੋਈ ਇਨਕੁਆਇਰੀ ਅੱਜ ਤੱਕ ਨਹੀਂ ਕੀਤੀ ਗਈ। 2023 ਵਾਲੇ 16 ਅਗਸਤ ਵਾਲੇ ਹੜ੍ਹ ਦੀ ਕੀਤਾ ਕੀ ਗਿਆ ਕਿ BBMB ਦੀ ਵੈਬਸਾਈਟ ਤੋਂ ਉਹ ਡਾਟਾ ਚੱਕ ਦਿੱਤਾ ਗਿਆ ਜੀ, ਗਾਇਬ ਹੋ ਗਿਆ। ਉਹ ਡਾਟਾ ਗਾਇਬ ਹੋ ਗਿਆ। 24 ਦੇ ਵਿੱਚ ਤਾਂ ਮੀਂਹ ਘੱਟ ਪਏ, ਫਿਰ 25 ਆ ਗਿਆ। ਹੁਣ 25 ਦੇ ਵਿੱਚ ਮੀਂਹ ਪੈ ਰਹੇ ਸੀ ਤੇ ਅਸੀਂ ਉਹ ਡਾਟਾ ਲੱਭਣ ਦੀ ਕੋਸ਼ਿਸ਼ ਕੀਤੀ ਹੋਰ ਸੋਰਸਿਸ ਤੋਂ, BBMB ਤੋਂ ਨਹੀਂ ਮਿਲਿਆ, ਕਿਸੇ ਹੋਰ ਸੋਰਸ ਤੋਂ ਮਿਲਿਆ ਅੱਗੇ ਤੋਂ ਅੱਗੇ, ਕਿਉਂਕਿ ਅਲਟੀਮੇਟਲੀ ਤਾਂ ਬੜੇ ਵੱਡੇ ਅਦਾਰੇ ਆ, ਬਹੁਤ ਸਾਰੇ ਲੋਕਾਂ ਕੋਲ ਡਾਟਾ ਜਾਂਦਾ ਤੇ ਅੰਦਰੋਂ ਕੋਈ ਸੋਰਸ ਮਿਲਿਆ। ਉਹਨਾਂ ਤੋਂ ਡਾਟਾ ਅਸੀਂ ਲੈਣਾ ਸ਼ੁਰੂ ਕੀਤਾ। 4, 5, 6, 7 ਅਗਸਤ, 8 ਅਗਸਤ ਇਹ ਡਾਟਾ ਅਸੀਂ ਦੇਖਿਆ, ਮੇਰੇ ਖਿਆਲ 5, 6, 7, 8 4 ਦਿਨ ਦਾ। ਤੇ ਅਸੀਂ ਇਹ ਦੇਖ ਕੇ ਸਾਨੂੰ ਲੱਗਿਆ ਕਿ ਬਿਲਕੁਲ ਉਹੀ ਪੈਟਰਨ ਰਿਪੀਟ ਹੋ ਰਿਹਾ ਜਿਹੜਾ 23 ਦੇ ਵਿੱਚ ਹੋਇਆ ਸੀ, ਵੀ ਡੈਮ ਭਰੇ ਜਾ ਰਹੇ ਆ, ਛੱਡਿਆ ਘੱਟ ਜਾ ਰਿਹਾ, ਪਿੱਛੋਂ ਮੀਂਹ ਪੈ ਰਹੇ ਆ। ਫਿਰ ਉਹੀ ਚਿੱਠੀ, ਇੱਕ ਡਿਮਾਂਡ ਨੋਟਿਸ ਭੇਜਿਆ BBMB ਨੂੰ, ਪੰਜਾਬ ਸਰਕਾਰ ਨੂੰ ਤੇ ਯੂਨੀਅਨ ਗਵਰਨਮੈਂਟ ਨੂੰ 9 ਅਗਸਤ ਨੂੰ। ਤੁਸੀਂ ਦੇਖੋ ਹੜ੍ਹ ਆਉਂਦੇ ਆਪਣੇ ਐਂਡ ਆਫ ਅਗਸਤ 25, 26, 27 ਨੂੰ। 9 ਅਗਸਤ ਨੂੰ ਭੇਜਿਆ ਡਿਮਾਂਡ ਨੋਟਿਸ ਕਿ ਭਾਈ ਆਹ ਤੁਹਾਡਾ ਪੈਟਰਨ ਹੈ, ਅਗਲੇ 10 ਕੁ ਦਿਨਾਂ 'ਚ ਕੰਮ ਤੁਹਾਡਾ ਔਖਾ ਹੋ ਜਾਣਾ। ਇਹ 19, 20 ਅਗਸਤ ਤੱਕ ਇਹ ਡੈਮ ਭਰ ਜਾਣਗੇ। ਜੇ ਐਸੇ ਸਪੀਡ ਤੇ ਚੱਲਦਾ ਰਿਹਾ ਫਿਰ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਰਹਿਣੀ। ਜਦੋਂ ਡੈਮ ਭਰ ਗਿਆ, ਪਿੱਛੋਂ ਜਿੰਨਾ ਪਾਣੀ ਆ ਰਿਹਾ ਅੱਗੇ ਛੱਡਣਾ ਪੈਣਾ, ਤੇ ਜਦੋਂ ਤੁਸੀਂ ਇੰਨਾ ਪਾਣੀ ਅੱਗੇ ਛੱਡੋਗੇ ਤੇ ਉਦੋਂ ਤਾਂ ਫਿਰ ਜੇ ਪਿੱਛੋਂ ਇੱਕ ਦਿਨ ਅਚਾਨਕ ਜ਼ਿਆਦਾ ਆ ਗਿਆ, ਤੁਹਾਨੂੰ ਉਨਾ ਹੀ ਛੱਡਣਾ ਪੈਣਾ। ਹੁਣ ਤੁਹਾਡੇ ਕੋਲ 10 ਦਿਨ ਹੈਗੇ ਆ, ਹੁਣ ਤੁਸੀਂ ਥੋੜਾ ਜਿਹਾ ਇਹਨੂੰ ਜੇ ਮੈਨੇਜ ਕਰ ਲਓ ਤੇ ਥੋੜਾ ਜਿਹਾ ਡੈਮ 'ਚ ਜਗ੍ਹਾ ਰੱਖ ਲਓ, ਤੇ ਤੁਹਾਡਾ ਇੱਕ ਡਿਜ਼ਾਸਟਰ ਅਚਾਨਕ ਜੇ ਕੁਝ ਹੁੰਦਾ ਹੈ ਤਾਂ ਤੁਸੀਂ ਉਹਨੂੰ ਕਰ ਸਕਦੇ ਹੋ ਹੈਂਡਲ। ਕਿਉਂਕਿ ਅਸੀਂ 23 ਵਾਲਾ ਦੇਖਿਆ ਸੀ ਬਿਲਕੁਲ ਸੇਮ ਪ੍ਰੋਬਲਮ, ਤੇ ਅਸੀਂ ਇਸ ਕਰਕੇ ਉਹ ਡਿਮਾਂਡ ਨੋਟਿਸ ਭੇਜ ਦਿੱਤਾ। ਉਹਦਾ ਕੋਈ ਰਿਪਲਾਈ ਨਹੀਂ ਆਇਆ, ਕੋਈ ਉਹਦੀ ਐਕਨੋਲੇਜਮੈਂਟ ਨਹੀਂ ਹੋਈ। 26, 27 ਤੱਕ, 25, 23, 24 ਤੱਕ ਹੀ ਬਥੇਰਾ ਭਰ ਗਿਆ ਡੈਮ, ਕਲੀਅਰ ਹੀ ਸੀਗਾ ਕਿ ਹੁਣ ਕੀ ਹੋਣਾ ਹੈ। ਫਿਰ ਪੰਜਾਬ 'ਚ ਮੀਂਹ ਪੈਣੇ ਸ਼ੁਰੂ ਹੋ ਗਏ। ਹੁੰਦਾ ਕਿ ਜਦੋਂ ਪਲੇਨਸ 'ਚ ਮੀਂਹ ਪੈਣ ਲੱਗ ਜਾਂਦੇ ਆ, ਪਿੱਛੋਂ ਹੋਰ ਛੱਡਣਾ ਔਖਾ ਹੋ ਜਾਂਦਾ ਪਾਣੀ, ਕਿਉਂਕਿ ਹੁਣ ਪਲੇਨਸ ਦਾ ਵੀ ਪਾਣੀ ਆਉਣ ਲੱਗ ਗਿਆ ਦਰਿਆਵਾਂ ਦੇ ਵਿੱਚ। ਦਰਿਆ ਪਹਿਲਾਂ ਹੀ ਭਰ ਕੇ ਚੱਲ ਰਿਹਾ, ਹੁਣ ਤੁਸੀਂ ਪਿੱਛੋਂ ਡੈਮ ਤੋਂ ਪਾਣੀ ਛੱਡੋਗੇ ਤੇ ਕੰਮ ਖਰਾਬ ਹੋਏਗਾ। ਪਰ ਹੁਣ ਤੁਹਾਡਾ ਡੈਮ ਵੀ ਭਰ ਗਿਆ, ਹੁਣ ਤੁਹਾਡੇ ਕੋਲ ਆਪਸ਼ਨ ਵੀ ਕੋਈ ਨਹੀਂ। ਔਰ ਇਹ ਆਪਸ਼ਨ ਕੋਈ ਨਹੀਂ ਕਹਿ ਕੇ ਇਹ ਸਰ ਜਾਂਦੇ ਹੈ ਕਿ ਭਾਈ ਇਹ ਨੈਚੁਰਲ ਡਿਜ਼ਾਸਟਰ ਹੈ। 10 ਦਿਨ, ਹੁਣ ਉਸ ਵੇਲੇ ਤਾਂ ਤੁਹਾਡੇ ਕੋਲ ਵਾਕਈ ਕੋਈ ਆਪਸ਼ਨ ਨਹੀਂ ਹੈ, ਪਰ ਜਦੋਂ 10 ਦਿਨ ਪਹਿਲੇ ਤੁਹਾਡੇ ਕੋਲ ਆਪਸ਼ਨ ਸੀਗੀ, ਉਦੋਂ ਤੁਸੀਂ ਨਾ ਤਾਂ ਐਕਨੋਲੇਜ ਕਰਦੇ ਹੋ ਇਹੋ ਜਿਹੀਆਂ ਗੱਲਾਂ ਵੀ ਇਦਾਂ ਦਾ ਕੁਝ ਹੋ ਸਕਦਾ, ਉਹਦੀ ਗੱਲ ਹੀ ਨਹੀਂ ਕਰਦੇ, ਚੁੱਪ ਹੀ ਬਸ ਸਾਰ ਦਿੰਦੇ ਹੋ, ਚੁੱਪ ਰਹਿ ਕੇ ਸਾਰ ਦਿੰਦੇ ਹੋ ਤੁਸੀਂ। ਤਾਂ ਉਹ ਚੁੱਪ ਜਿਹੜੀ ਹੈ ਉਹ ਦੱਸਦੀ ਹੈ ਕਿ ਇਹ ਮੈਨ ਮੇਡ ਡਿਜ਼ਾਸਟਰ ਹੈ। ਔਰ ਮੈਨ ਕਿਹੜਾ ਹੈ? ਮੈਨ ਉਹੀ ਹੈ ਜਿਹਦੇ ਕੋਲ ਪਾਵਰ ਹੈ ਡਿਸਾਈਡ ਕਰਨ ਦੀ ਕਿ ਕਦੋਂ ਪਾਣੀ ਛੱਡਣਾ ਹੈ, ਕਦੋਂ ਨਹੀਂ। ਸਾਰੇ ਮੈਨ ਨਹੀਂ, ਇਹ ਮੈਨ ਸਪੈਸੀਫਿਕ ਮੈਨ ਨੇ, 2-3 ਹੀ ਨੇ। ਔਰ ਉਹਨਾਂ ਨੂੰ ਫਿਰ ਅਸੀਂ ਜਿਹੜਾ ਡਿਮਾਂਡ ਨੋਟਿਸ ਭੇਜਿਆ ਸੀ, ਉਹਦੇ ਬੇਸਿਸ ਤੇ ਅਸੀਂ NGT ਦੇ ਵਿੱਚ ਕੇਸ ਵੀ ਲੈ ਕੇ ਗਏ ਹਾਂ, ਅੱਗੋਂ ਵੀ ਦੇਖ ਰਹੇ ਹਾਂ ਕਿ ਕੀ ਕੀਤਾ ਜਾ ਸਕਦਾ ਉਹਦੇ ਤੇ। ਪਰ ਇਹ ਗੱਲਾਂ ਬਹੁਤ ਇੰਪੋਰਟੈਂਟ ਗੱਲਾਂ ਨੇ। ਕਿਉਂ ਇੰਪੋਰਟੈਂਟ ਨੇ? ਕਿਉਂਕਿ ਨੁਕਸਾਨ ਬਹੁਤ ਵੱਡੇ ਨੇ। ਪੰਜਾਬ ਕਈ ਸਾਲ ਪਿੱਛੇ ਪੈ ਜਾਂਦਾ ਜਦੋਂ ਇਦਾਂ ਦਾ ਹੜ੍ਹ ਆਉਂਦਾ ਹੈ।
ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਔਰ ਇੰਪੋਰਟੈਂਟ ਗੱਲ ਇਹਦੇ 'ਚ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਇਹ ਹੈਗੀ ਹੈ ਕਿ ਜਦੋਂ ਆਪਾਂ ਕਹਿੰਦੇ ਆ 5-6 ਸਟੇਟਾਂ ਉੱਥੇ ਬਹਿ ਕੇ ਡਿਸਾਈਡ ਕਰਦੀਆਂ ਜਾਂ ਯੂਨੀਅਨ ਗਵਰਨਮੈਂਟ ਡਿਸੀਜਨ ਲੈਂਦੀ ਹੈ, ਕਾਹਦਾ ਡਿਸੀਜਨ ਲੈ ਰਹੇ ਹੈ ਕਿ ਬਿਜਲੀ ਕਿੱਥੇ ਕਿੰਨੀ ਜਾਊਗੀ, ਸਿੰਚਾਈ ਵਾਸਤੇ ਪਾਣੀ ਕਿੱਥੇ ਕਿੰਨਾ ਜਾਊਗਾ, ਡੋਬਾ ਕਿਹਨੂੰ ਆਣਾ, ਇਹਦਾ ਕੋਈ ਡਿਸੀਜਨ ਨਹੀਂ ਲਿੱਤਾ ਜਾਂਦਾ ਨਾ। ਡੋਬਾ ਤਾਂ ਪੰਜਾਬ ਨੂੰ ਹੀ ਆਣਾ ਕਿਉਂਕਿ ਦਰਿਆ ਪੰਜਾਬ 'ਚੋਂ ਹੀ ਨਿਕਲਣੇ ਆ, ਜਾਂ ਹਰ ਹਿਮਾਚਲ ਨੂੰ ਆਣਾ ਕਿਉਂਕਿ ਹਿਮਾਚਲ ਹਿੱਲ ਹੈਗਾ, ਉੱਥੋਂ ਸ਼ੁਰੂ ਹੋਣਾ ਸਾਰਾ ਕੁਝ। ਤਾਂ ਡੋਬਾ ਹਿਮਾਚਲ ਨੂੰ ਆਏਗਾ ਪਹਿਲਾਂ, ਤੇ ਉਸ ਤੋਂ ਬਾਅਦ ਪੰਜਾਬ ਨੂੰ ਆਏਗਾ ਕਿਉਂਕਿ ਜਿੱਥੋਂ ਦਰਿਆ ਨੇ ਨਿਕਲ ਕੇ ਜਾਣਾ। ਸੋ ਮੋਟੇ ਤੌਰ ਤੇ ਜਿਹੜਾ ਮੇਰਾ ਮਤਲਬ ਕਹਿ ਲਓ ਵੀ ਇੱਕ ਥੀਸਿਸ ਕਹਿ ਲਓ ਜਾਂ ਇੱਕ ਉਹ ਹੈਗਾ ਕਿ ਇੱਕ ਕੇਸ ਹੈਗਾ ਕਿ ਮੈਨ ਮੇਡ ਡਿਜ਼ਾਸਟਰ ਹੈ, ਉਹ ਆਹੀ ਹੈ ਕਿ ਡੈਮ ਤੁਸੀਂ ਭਰ ਰਹੇ ਸੀ, ਤੁਹਾਨੂੰ ਪਤਾ ਸੀ ਕਿ ਡੈਮ ਭਰਨ ਤੋਂ ਬਾਅਦ ਕੀ ਹੋਣਾ ਹੈ। ਮੇਰੇ ਕੋਲ ਉਹ ਡੇਟਾ ਗ੍ਰਾਫ ਚਾਰਟ ਸਭ ਹੈਗੇ ਆ, ਪਰ ਕਿਉਂਕਿ ਟਾਈਮ ਆਪਣੇ ਕੋਲ ਘੱਟ ਹੈ ਮੈਂ ਉਹਦੀ ਗੱਲ ਨਹੀਂ ਕਰ ਰਿਹਾ। ਜੇ ਆਪਣੇ ਕੋਲ ਬਾਅਦ ਚੋਂ ਕਿਤੇ ਟਾਈਮ ਹੋਇਆ ਤੇ ਉਹਦੇ ਤੇ ਮੈਂ ਤੁਹਾਨੂੰ ਦਿਖਾ ਵੀ ਸਕਦਾ ਹਾਂ ਸਾਰਾ ਕੁਝ, ਮਤਲਬ 5-7 ਮਿੰਟ ਉਹਨੂੰ ਐਕਸਟਰਾ ਲੱਗ ਜਾਣੇ। ਮੈਂ ਨਹੀਂ ਚਾਹੁੰਦਾ ਵੀ ਆਪਾਂ ਇਸ ਵੇਲੇ ਉਹ ਲਈਏ ਸਾਰਿਆਂ ਨੇ ਫਿਰ ਗੱਲ ਵੀ ਕਰਨੀ ਹੈ। ਪਰ ਅਗੇਨ ਗੱਲ ਇਹ ਹੈ ਕਿ ਤੁਸੀਂ ਕੁਐਸਚਨ ਸੋਚ ਕੇ ਰੱਖਿਓ ਤੁਹਾਡੇ ਦਿਮਾਗ ਦੇ ਵਿੱਚ। ਮੈਂ ਆਈ ਹੋਪ ਕਿ ਕੋਈ ਨਵੀਂ ਗੱਲ ਤੁਹਾਨੂੰ ਦੱਸੀ ਹੈ। ਵੈਸੇ ਇਹ ਗੱਲਾਂ ਮੀਡੀਆ ਦੇ ਵਿੱਚ ਬਥੇਰੀਆਂ ਕਵਰ ਹੋਈਆਂ, ਪਰ ਜਿਵੇਂ ਕਿ ਕਿਉਂਕਿ ਅਸੀਂ ਇਹਦੇ ਤੇ ਕਰ ਰਹੇ ਸੀ ਆਪ, ਤੇ ਸਾਡੇ ਕੋਲ ਕਾਫੀ ਡਿਟੇਲਸ ਇਹਦੀਆਂ ਅਵੇਲੇਬਲ ਸੀਗੀਆਂ ਤੇ ਹੈਗੀਆਂ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਵੀ ਕਰ ਸਕਦੇ ਹਾਂ, ਤਾਂ ਕਿ ਆਪਣੀ ਇੱਕ ਬਿਹਤਰ ਬਰੀਕ ਸਮਝ ਜਿਹੜੀ ਹੈ ਇਸ ਮਸਲੇ ਤੇ ਬਣ ਸਕੇ। ਤੇ ਜਿਹੜਾ ਇਹ ਝੂਠਾ ਬਰਤਾਂਤ, ਅਗੇਨ ਕਮਿੰਗ ਬੈਕ, ਜਿਹੜਾ ਇੱਕ ਫੇਕ ਨੈਰੇਟਿਵ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ ਨਹੀਂ 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 ਇਹ ਤਾਂ ਜੀ ਕੁਦਰਤੀ ਹੈ, ਇਹਦੇ ਤਾਂ ਇਹਦਾ ਪਰਪਸ ਹੈ, ਇਹ ਵੀ ਸਾਨੂੰ ਸਮਝ ਆਉਣਾ ਚਾਹੀਦਾ ਕਿਉਂਕਿ ਫੇਕ ਨੈਰੇਟਿਵਸ ਹੋਰ ਵੀ ਮਸਲਿਆਂ ਤੇ ਬਣਾਏ ਜਾਂਦੇ ਆ ਔਰ ਆਪਾਂ ਉਹ ਝਾਂਸੇ 'ਚ ਆ ਜਾਂਦੇ ਆ। ਅਖਬਾਰਾਂ, ਮੀਡੀਆ, ਬੜੇ ਸਾਰੇ ਪਲੇਅਰ ਉਹਦੇ ਵਿੱਚ ਇਨਵੋਲਵਡ ਹੁੰਦੇ ਆ ਜਿਹੜੇ ਫੇਕ ਨੈਰੇਟਿਵ ਨੂੰ ਬਿਲਡ ਕਰਨ ਦੇ ਵਿੱਚ ਸਹਾਈ ਹੁੰਦੇ ਆ, ਉਹਨਾਂ ਦਾ ਕੰਮ ਹੈ ਬੇਸਿਕਲੀ। ਸੋ ਉਹ ਫੇਕ ਨੈਰੇਟਿਵਸ ਨੂੰ ਤੋੜਨਾ ਸਾਡੇ ਵਾਸਤੇ ਜਿਹੜਾ ਹੈ ਬਹੁਤ ਜ਼ਰੂਰੀ ਹੈ ਜੇ ਅਸੀਂ ਆਪਣੀਆਂ ਹੋਂਦ ਦੀਆਂ ਲੜਾਈਆਂ ਜੰਗਾਂ ਲੜਨੀਆਂ, ਤੇ ਇਹ ਜੰਗਾਂ ਲੜਨੀਆਂ ਬਹੁਤ ਜ਼ਰੂਰੀ ਹੈ। ਮੈਂ ਛੋਟੀ ਜਿਹੀ ਗੱਲ ਇੱਕ ਸਾਈਡ ਤੇ ਇਹ ਵੀ ਦੱਸ ਦਿਆਂ ਕਿ ਅਸੀਂ ਪਿਛਲੇ 4-5 ਸਾਲ ਤੋਂ ਕਈ ਛੋਟੀਆਂ ਜੰਗਾਂ ਲੜੀਆਂ, ਇੱਕ ਮੱਤੇਵਾੜੇ ਦੇ ਜੰਗਲ ਦੀ, ਇੱਕ ਆ ਬੁੱਢੇ ਦਰਿਆ ਦੀ, ਜਿਹੜੇ ਕਿ ਸਾਡਾ ਨੁਕਸਾਨ ਕਰ ਰਹੇ ਆ ਆਲਰੇਡੀ। ਮਤਲਬ ਇਹ ਹੋਂਦ ਦੀ ਲੜਾਈ ਦੇ ਵਿੱਚ ਬੁੱਢੇ ਦਰਿਆ ਦੇ ਵਿੱਚ ਬੜਾ ਗੰਦਾ ਪਾਣੀ ਜਿਹੜਾ ਭੇਜਿਆ ਜਾ ਰਿਹਾ ਤੇ ਲੋਕਾਂ ਨੂੰ ਪਿਆਇਆ ਜਾ ਰਿਹਾ, ਫਿਰ ਕਹਿੰਦੇ ਕੈਂਸਰ ਟ੍ਰੇਨ ਕਿਉਂ ਚੱਲਦੀ ਹੈ। ਤੋ ਇਦਾਂ ਦੇ ਮਸਲੇ ਬਹੁਤ ਨੇ ਪੰਜਾਬ ਦੇ ਕੋਲ, ਬਾਕੀ ਥਾਵਾਂ ਤੇ ਵੀ ਹੈਗੇ ਹੈ। ਤੇ ਇਹ ਤਾਂ ਮਤਲਬ ਬੇਸਿਕਲੀ ਜੇ ਆਪਾਂ ਇਹਨਾਂ ਦੇ ਪਿੱਛੇ ਨਹੀਂ ਪਵਾਂਗੇ, ਜੇ ਅਸੀਂ ਇਹਨੂੰ ਸੀਰੀਅਸਲੀ ਨਹੀਂ ਲਵਾਂਗੇ, ਤਾਂ ਉਹਨਾਂ ਦਾ ਤਾਂ ਮਕਸਦ ਹੀ ਇਹ ਹੈ ਕਿ ਇਹਨਾਂ ਨੂੰ ਸਰਕਸ ਦਿਖਾਈ ਜਾਓ ਕੋਈ ਹੋਰ, ਇਹਨਾਂ ਨੂੰ ਉਲਝਾ ਕੇ ਰੱਖੋ ਨੌਨ ਇਸ਼ੂਜ਼ ਦੇ ਵਿੱਚ। ਤੁਸੀਂ ਇੱਕ ਹੋਰ ਦੇਖਿਆ ਹੋਊਗਾ ਜਿੱਦਣ ਇਹ ਹੜ੍ਹ ਆਏ ਹੋਏ ਸੀਗੇ, ਆ ਇੱਕ ਪਠਾਨ ਮਾਜਰਾ ਇੱਕ ਇਸ਼ੂ ਚੱਲ ਪਿਆ ਸੀ ਪੰਜਾਬ ਦੇ ਵਿੱਚ, ਉਹ ਕਿੱਧਰ ਗਿਆ ਹੁਣ ਇਸ਼ੂ? ਉਹ ਉਦੋਂ ਹੀ ਕਿਉਂ ਆਇਆ? ਕਿਉਂਕਿ ਇਹ ਜ਼ਿੰਮੇਵਾਰੀਆਂ ਜਿਨ੍ਹਾਂ ਦੀਆਂ ਇੰਨੇ ਵੱਡੇ ਇਸ਼ੂਜ਼ ਦੀਆਂ ਹੈਗੀਆਂ, ਉਹ ਨਹੀਂ ਚਾਹੁੰਦੇ ਕਿ ਲੋਕ ਇਦਾਂ ਦੇ ਸਵਾਲ ਪੁੱਛਣ ਕਿਉਂਕਿ ਜਵਾਬ ਹੈ ਨਹੀਂ। ਉਹੋ ਜਿਹੇ ਸਵਾਲ ਪੁੱਛੋ ਜਿਹੜੇ ਹਲਕੀਆਂ ਗੱਲਾਂ ਕਰ ਲਓ, ਸਰਕਸ ਦਿਖਾਓ ਲੋਕਾਂ ਨੂੰ, ਸਾਰਾ ਧਿਆਨ ਉਧਰ ਕਰ ਦਿਓ। ਇਹੀ ਚੱਲ ਰਿਹਾ ਬਹੁਤ ਸਾਲਾਂ ਦਾ ਔਰ ਆਪਾਂ ਇਸ ਝਾਂਸੇ 'ਚ ਬਾਰ-ਬਾਰ ਫਸਦੇ ਆ ਕੇ। ਤੇ ਇਸ ਤਿਲਸਮ ਨੂੰ ਤੋੜਨ ਦੀ ਲੋੜ ਹੈ ਜੇ ਆਪਾਂ ਆਪਣੀ ਹੋਂਦ ਦੀ ਲੜਾਈ ਨੂੰ ਲੜਨਾ ਜੀ। ਸੋ ਇਹਨਾਂ ਕਹਿਣਾ ਹੋਇਆ ਬਹੁਤ ਸਾਰਿਆਂ ਦਾ ਧੰਨਵਾਦ, ਤੁਸੀਂ ਬੜੇ ਪੇਸ਼ੈਂਟਲੀ ਸੁਣਿਆ, ਥੈਂਕ ਯੂ ਵੈਰੀ ਮਚ।